अस्सलाम वालेकुम दोस्तों, ਤੁਹਾਡਾ ਮੇਜ਼ਬਾਨ ਹਾਫਿਜ਼ ਵਕਾਸ ਅੱਜ ਇੱਕ ਵਾਰੀ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਇਆ। ਅੱਜ ਅਸੀਂ ਇੱਕ ਪਿਆਜ਼ ਦੇ ਫੀਲਡ ਵਿੱਚ ਖੜੇ ਹਾਂ ਜੀ। ਇਲਾਕਾ ਵੀ ਤੁਹਾਨੂੰ ਦੱਸ ਦੇਵਾਂ, ਵਿਗ ਸਦਰ ਦਾ ਇਲਾਕਾ ਜੀ, ਮਨਕੇਰਾ ਤਹਿਸੀਲ ਦਾ ਇੱਕ ਇਲਾਕਾ ਵਿਗ ਸਦਰ, ਛੋਟਾ ਜਿਹਾ ਸ਼ਹਿਰ ਹੈ। ਇੱਥੇ ਜ਼ਿਆਦਾ ਮੇਨ ਫੋਕਸ ਹੁੰਦਾ ਪਿਆਜ਼ ਨੂੰ। ਤਾਂ ਅੱਜ ਪਿਆਜ਼ ਦੇ ਬਾਰੇ ਅਸੀਂ ਦੋਸਤਾਂ ਨਾਲ ਗੱਲ ਕਰਾਂਗੇ। ਪਿਆਜ਼ ਦੀ ਫਸਲ ਨੂੰ ਕਿਸ ਤਰ੍ਹਾਂ ਬਿਜਾਈ ਕਰਨੀ ਚਾਹੀਦੀ, ਕਿਸ ਤਰ੍ਹਾਂ ਉਹਦੀ ਨਿਗਹਦਾਸ਼ਤ ਕਰਨੀ ਚਾਹੀਦੀ, ਕਿਹੜੇ ਕਿਹੜੇ ਉੱਥੇ ਮਸਾਇਲ ਹੁੰਦੇ। ਮੈਂ ਇਹ ਸ਼ਾਰਟ ਜਿਹਾ ਪ੍ਰੋਗਰਾਮ ਕਰਨਾ ਸਾਡਾ ਮਕਸਦ ਹੈ। ਅੱਜ ਪਿਆਜ਼ ਦੇ ਵਿੱਚ ਹੀ ਮੌਜੂਦ ਹੈ, ਅਗੇਤੇ ਪਿਆਜ਼ ਆ ਜਿਹਦੇ ਵਿੱਚ ਅਸੀਂ ਮੌਜੂਦ ਆ, ਤੇ ਬਾਕੀ ਜਿਹੜਾ ਸੀਜ਼ਨਲ ਪਿਆਜ਼ ਹੈ ਉਹ ਇੱਥੇ ਹੁਣ ਲੱਗਦਾ ਖੜਾ ਨਾ, ਸ਼ਿਫਟ ਹੁੰਦਾ ਖੜਾ ਨਰਸਰੀ ਤੋਂ। ਤਾਂ ਪਿਆਜ਼ ਜਿਹੜਾ ਸਬਜ਼ੀ ਹੁੰਦੀ ਕੋਈ ਵੀ, ਉਹ ਬੜੀ ਸੈਂਸਿਟਿਵ ਜੀ ਫਸਲ ਹੁੰਦੀ ਹੈ। ਇਹਦੇ ਤੇ ਅਗਰ ਤੁਸੀਂ ਚੜ੍ਹ ਕੇ ਰਸੋ ਤੇ ਉਹ ਬਿਹਤਰੀਨ ਤੁਹਾਡੀ ਪੈਦਾਵਾਰ ਹੁੰਦੀ। ਅਗਰ ਥੋੜੀ ਤੁਸੀਂ ਸੁਸਤੀ ਕਰੋਗੇ ਤਾਂ ਪੈਦਾਵਾਰ ਤੁਹਾਡੀ ਘੱਟ ਹੋਣਾ ਸ਼ੁਰੂ ਹੋ ਜਾਂਦੀ ਹੈ, ਨੁਕਸਾਨ ਦੀ ਤਰਫ ਤੁਸੀਂ ਜਾਣੇ ਸ਼ੁਰੂ ਕਰ ਦਿੰਦੇ ਆ। ਤੇ ਪਿਆਜ਼ ਜਿਹੜਾ ਸ਼ਿਫਟ ਹੋ ਰਿਹਾ ਹੈ, ਤੇ ਜਾਂ ਪਿਆਜ਼ ਜਿਹੜਾ ਨਰਸਰੀ ਵਿੱਚ ਮੌਜੂਦ ਹੈ, ਇਸ ਵਕਤ ਅਸੀਂ ਵੇਖ ਰਹੇ ਹਾਂ ਕਿ ਉਹਦੇ ਤੇ ਇਸ ਟਾਈਮ ਝਲਸਾਓ ਦਾ ਮਸਲਾ ਆਉਣਾ ਸ਼ੁਰੂ ਥੀ ਗਿਆ ਹੈ। ਤੇ ਪਿਆਜ਼ ਤੇ ਮਸਲਾ ਮੇਨ ਜਿਹੜਾ ਆਂਦਾ, ਉਹ ਆਂਦਾ ਫੰਗਸ ਦਾ ਹੀ। ਬਰਾਡ ਸਪੈਕਟਰਮ ਦੇ ਵਿੱਚ ਮੈਂ ਫੰਗਸ ਆਖ ਦਿੰਦਾ ਹੈ, ਡਾਊਨੀ ਦਾ ਆਂਦਾ, ਪਾਊਡਰੀ ਦਾ ਆਂਦਾ, ਝਲਸਾਓ ਦਾ ਆਂਦਾ, ਇਹੋ ਜ਼ਿਆਦਾ ਮਸਲੇ ਚੱਲਦੇ ਆ। ਤੇ ਜੱਟ ਜ਼ਿਮੀਦਾਰ ਕੀ ਕਰਦਾ, ਉਹ ਕਦੇ ਕੋਈ ਇਨਸੈਕਟੀਸਾਈਡ ਫਲੱਡ ਕਰ ਰਿਹਾ ਹੁੰਦਾ, ਕੋਈ ਇਨਸੈਕਟੀਸਾਈਡ ਦੀ ਸਪਰੇਅ ਕਰ ਰਿਹਾ ਹੁੰਦਾ, ਮਤਲਬ ਨੁਕਸਾਨ ਕਰ ਰਿਹਾ ਨਾ ਆਪਣਾ। ਫਿਰ ਉਹਨੂੰ ਹੱਲ ਨਹੀਂ ਮਿਲ ਰਿਹਾ ਹੁੰਦਾ। ਹੱਲ ਕਿਵੇਂ ਮਿਲੇ? ਜਦੋਂ ਤੱਕ ਉਹਨੂੰ ਕੋਈ ਫੰਗਸ ਦੇ ਰਿਲੇਟਡ ਕੋਈ ਫੰਜੀਸਾਈਡ ਦੀ ਸਪਰੇਅ ਨਹੀਂ ਕਰਨੀ, ਉਹਨੂੰ ਹੱਲ ਨਹੀਂ ਮਿਲਣਾ। ਜਿਵੇਂ ਝਲਸਾਓ ਜਾਂ ਡਾਊਨੀ ਜਾਂ ਪਾਊਡਰੀ ਹੋਵੇ ਤਾਂ ਤੁਹਾਨੂੰ ਮੈਟਲੈਕਸਲ ਪਲਸ ਮੈਨਕੋ ਦੇ ਪੁਰਾਣਾ ਜ਼ਹਿਰ ਹੈ, ਇਹ ਹਰ ਬੰਦੇ ਨੂੰ ਤਕਰੀਬਨ ਪਤਾ ਹੋ ਸੀ। 250 ਗ੍ਰਾਮ ਫੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋਗੇ, ਨਾਲ ਤੁਸੀਂ ਕੋ ਅਮਾਈਨੋ ਐਸਿਡ ਅਗਰ ਐਡ ਚਾ ਕਰੋਗੇ, ਫੌਰੀ ਤਿਆਰ ਖੁਰਾਕ ਹੁੰਦੀ ਹੈ। ਉਹ ਪੌਦਾ ਤੁਹਾਡਾ ਜਲਦੀ ਬਹਾਲ ਥੀ ਜਾਂਦਾ, ਠੀਕ ਹੈ ਨਾ ਸਹੀ। ਦੂਸਰੇ ਨੰਬਰ ਤੇ ਇਹਦੇ ਤੇ ਕਾਲਾ ਤੇਲਾ ਹਮਲਾ ਕਰਦਾ ਹੈ, ਉਹਦੇ ਵਾਸਤੇ ਤੁਹਾਨੂੰ ਬਾਈਫੈਂਥਰੀਨ ਦੀ ਸਪਰੇਅ ਕਰਨੀ ਚਾਹੀਦੀ ਵਕਤਨ ਫਵਕਤਨ। ਉਸ ਤੋਂ ਬਾਅਦ ਜੀ ਇਹਦੇ ਤੇ ਇੱਕ ਚੋਰ ਕੀੜਾ ਇਹਦੇ ਵਿੱਚ ਲੱਗਦਾ ਹੈ, ਪਿਆਜ਼ ਦੀ ਭੂਕਲ ਦੇ ਵਿੱਚ ਨਾ ਚੋਰ ਕੀੜਾ ਲੱਗਦਾ ਹੈ। ਉਹਦੇ ਵਾਸਤੇ ਤੁਹਾਨੂੰ ਕੋਈ ਵੀ ਤੁਸੀਂ ਐਮਾਮੈਕਟਨ ਪਲਸ ਲਿਊਫਰਾਨ ਦਾ ਮਿਕਸਚਰ ਕਰ ਸਕਦੇ ਹੋ, ਜਾਂ ਫਿਰ ਜਿਵੇਂ ਨਵਾਂ ਜ਼ਹਿਰ ਆਇਆ ਖਰਾ ਅੱਜ ਕੱਲ੍ਹ ਕੋਰਾਜਿਨ ਹੋ ਗਿਆ ਜਿਵੇਂ, ਤੇ ਕੋਈ ਬਰੂਕਲ ਠੀਕ ਹੈ, ਜਿਵੇਂ ਮਕਸਦ ਮੁਖਤਲਿਫ ਕੰਪਨੀ ਦੇ ਮੁਖਤਲਿਫ ਨਾਮ ਹਨ ਜੀ। ਉਹ ਤੁਸੀਂ ਸਪਰੇਅ ਕਰੋਗੇ ਤਾਂ ਬਿਹਤਰੀਨ ਤੁਹਾਨੂੰ ਰਿਜ਼ਲਟ ਮਿਲੇਗਾ। ਤੇ ਇਹ ਕੁਝ ਚੀਜ਼ਾਂ ਹੁੰਦੀਆਂ ਨੇ, ਉਹਦੇ ਮੁਤਾਬਕਤ ਦੀ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ ਆਪਣੀ ਫਸਲ ਨੂੰ ਵੇਖ ਕੇ। ਅਗਰ ਤੁਹਾਨੂੰ ਨਹੀਂ ਪਤਾ ਤੇ ਤੁਹਾਨੂੰ ਕਿਸੇ ਐਸੇ ਬੰਦੇ ਨਾਲ ਰਾਬਤਾ ਕਰਨਾ ਚਾਹੀਦਾ ਜਿਹਨੂੰ ਚੀਜ਼ਾਂ ਦਾ ਆਈਡੀਆ ਹੋਵੇ। ਤੇ ਹੁਣ ਅੱਜ ਮੈਂ ਤਸਵੀਰ ਵੇਖੀ ਹੈ, ਉਹ ਝਲਸਾਓ ਹਾਈ, ਤੇ ਉਹ ਜਵਾਨ ਆਖਦੇ ਨੇ ਸਾਈ ਅਸੀਂ ਕਲੋਰੋਫਲੱਡ ਚ ਕੀਤੀ ਹੈ। ਤਾਂ ਮੈਨੂੰ ਗੱਲ ਦੀ ਸਮਝ ਨਹੀਂ, ਮੈਂ ਕਿਹਾ ਨੁਕਸਾਨ ਹੀ ਕੀਤਾ ਹੈ। ਇੱਕ ਤਾਂ ਤੁਸੀਂ ਨੁਕਸਾਨ ਫਸਲ ਦਾ ਕੀਤਾ, ਦੂਜਾ ਨੁਕਸਾਨ ਤੁਸੀਂ ਆਪਣਾ ਉਹ ਜਿਹੜਾ ਸਪਰੇਅ ਤੇ ਜਿਹੜਾ ਪੈਸਾ ਖਰਚ ਕੀਤਾ ਉਹਦਾ ਨੁਕਸਾਨ ਕੀਤਾ। ਇਸ ਲਈ ਜਦੋਂ ਵੀ ਪਿਆਜ਼ ਲਾਓ, ਕਿਸੇ ਐਸੇ ਬੰਦੇ ਨਾਲ ਲਾਜ਼ਮੀ ਰਾਬਤਾ ਰੱਖੋ ਜਿਹੜਾ ਚੀਜ਼ਾਂ ਨੂੰ ਸਮਝਦਾ ਹੈ। ਤੇ ਪਿਆਜ਼ ਬੜੀ ਅੱਛੀ ਫਸਲ ਹੈ, ਪਿਛਲੇ ਸਾਲ ਬੜਾ ਅੱਛੀ ਆਮਦਨ ਆਈ ਏਕੜਾਂ ਵਿੱਚੋਂ। ਇਸ ਲਈ ਲੋਕਾਂ ਨੇ ਜ਼ਿਆਦਾਤਰ ਇਸ ਏਰੀਏ ਦੇ ਦੋਸਤਾਂ ਨੇ ਗੰਦਮ ਇੱਥੇ 20% ਕਾਸ਼ਤ ਤੇ 80% ਪਿਆਜ਼ ਕਾਸ਼ਤ ਤੇ। ਇਸ ਏਰੀਏ ਦੀ ਮੈਂ ਗੱਲ ਕਰ ਰਿਹਾ ਜੀ, ਵਿਗ ਸਦਰ ਦੀ ਜਾਂ ਮਨਕੇਰੇ ਦੇ ਜਿਹੜੇ ਜਿੱਥੇ ਪਿਆਜ਼ ਲੱਗਦਾ ਹੈ। ਤੇ ਇਸ ਲਈ ਆਪਣੇ ਪਿਆਜ਼ ਦੀ, ਆਪਣੀ ਫਸਲਾਂ ਦਾ ਖਿਆਲ ਰੱਖਿਏਗਾ ਜੀ, ਤੇ ਸਾਡੇ ਇਸ ਚੈਨਲ ਦਾ ਵੀ ਖਿਆਲ ਰੱਖਿਏਗਾ। ਬਹੁਤ ਸ਼ੁਕਰੀਆ ਜੀ, ਅੱਲਾ ਹਾਫਿਜ਼।